ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਪ੍ਰੈਜ਼ੀਡੈਂਟ ਬਾਈਡਨ ਦੀ ਜੋ ਤੁਸੀਂ ਕਹਿ ਲਓ ਪ੍ਰੋਬਲਮਸ ਹਨ, ਪ੍ਰੋਬਲਮਸ ਦੀ ਲਿਸਟ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ, ਭਾਵੇਂ ਉਹ ਡੋਮੈਸਟਿਕ ਇਸ਼ੂਜ਼ ਹੋਣ ਜਾਂ ਇੰਟਰਨੈਸ਼ਨਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਡੀ ਸਮੱਸਿਆਵਾਂ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਇਸ ਵੇਲੇ ਸਾਹਮਣਾ ਕਰ ਰਿਹਾ, ਭਾਵੇਂ ਉਹ ਰਸ਼ੀਆ ਅਤੇ ਯੂਕਰੇਨ ਦੀ ਔਨਗੋਇੰਗ ਕੌਨਫਲਿਕਟ ਹੋਵੇ, ਰਾਈਜ਼ਿੰਗ ਫੂਡ ਕਾਸਟਸ, ਤੇਲ ਦੀ ਕਮੀ ਹੋਵੇ, ਅਗਰ ਤੁਸੀਂ ਇਹਦੇ ਵਿੱਚ ਇਨਵਾਇਰਮੈਂਟ ਦੇ ਮਸਲੇ ਪਾਣੇ ਉਹ ਵੀ ਤੁਸੀਂ ਪਾ ਸਕਦੇ ਹੋ, ਬਟ ਲੱਗਦਾ ਨਹੀਂ ਹੈ ਉਹ ਕਿਸੇ ਵੀ ਲੈਵਲ 'ਤੇ ਪ੍ਰਾਇਓਰਿਟੀ ਹਨ, ਬਟ ਸਰਟਨਲੀ ਦੇ ਸ਼ੁੱਡ ਬੀ। ਜਾਂ ਅਗਰ ਅਸੀਂ ਡੋਮੈਸਟਿਕ ਸਮੱਸਿਆਵਾਂ ਦੀ ਗੱਲ ਕਰੀਏ, ਇਨਫਲੇਸ਼ਨ, ਮਹਿੰਗਾਈ, ਵੱਡੇ ਕੁਛ ਲੈਜਿਸਲੇਸ਼ਨਸ ਜਿਨ੍ਹਾਂ ਦੇ ਰਾਊਂਡ ਪ੍ਰੈਜ਼ੀਡੈਂਟ ਬਾਈਡਨ ਨੇ ਆਪਦੀ ਕੈਂਪੇਨ ਦੇ ਵਿੱਚ ਵੱਡੇ ਵਾਅਦੇ ਕੀਤੇ ਸੀ, ਉਨ ਸਾਰੀ ਚੀਜ਼ਾਂ ਦੇ ਵਿੱਚ ਰੁਕਾਵਟ, ਭਾਵੇਂ ਡੈਮੋਕ੍ਰੈਟਸ ਦੀ ਸੁਪਰ ਮੈਜੋਰਿਟੀ ਇਸ ਵੇਲੇ ਹੈਗੀ, ਉਹਦੇ ਬਾਵਜੂਦ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੀ ਪਾਰਟੀ ਦੀ ਇਨਐਬਿਲਿਟੀ ਆਪ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ, ਇਹ ਸਾਰੀ ਹੀ ਲਿਸਟ ਪ੍ਰੈਜ਼ੀਡੈਂਟ ਬਾਈਡਨ ਦੀ ਇਸ ਵੇਲੇ ਟੇਬਲ ਤੇ ਪਈ ਹੋਈ ਹੈ ਕਿ ਇਨ ਪ੍ਰੋਬਲਮਸ ਨੂੰ ਤੁਸੀਂ ਟੈਕਲ ਕਰਨਾ ਹੈ 2024 ਤੱਕ ਨਹੀਂ, ਇਸ ਨਵੰਬਰ ਤੋਂ ਪਹਿਲੇ। ਬਿਕਾਜ਼ ਜਦੋਂ ਮਿਡ ਟਰਮਸ ਦਾ ਟਾਈਮ ਆਊਗਾ, ਵੋਟਰਸ ਨੇ ਇਹ ਪੁੱਛਣਾ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਤੁਸੀਂ ਤੇ ਤੁਹਾਡੀ ਪਾਰਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਕੀ ਸਾਡੇ ਲਈ। ਇਸ ਵੇਲੇ ਉਹਨਾਂ ਦੀ ਅਪਰੂਵਲ ਰੇਟਿੰਗ ਪਾਰਟੀ ਦੇ ਵਿੱਚ ਤੇ ਪਾਰਟੀ ਤੋਂ ਬਾਹਰ ਸਫਰ ਕਰ ਰਹੀ ਹੈ। ਐਂਡ ਇਹ ਸਾਰੀ ਅਪਰੂਵਲ ਰੇਟਿੰਗ ਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਇੰਟਰਨੈਸ਼ਨਲ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਪ੍ਰੈਜ਼ੀਡੈਂਟ ਬਾਈਡਨ ਦਾ ਜੋ ਰੀਸੈਂਟ ਮਿਡਲ ਈਸਟ ਦਾ ਟ੍ਰਿਪ ਸੀਗਾ ਉਹ ਵੀ ਇੱਕ ਹੋਰ ਵੱਡੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ। ਇਨਫੈਕਟ ਤੁਸੀਂ ਜ਼ਰੂਰ ਰੀਸੈਂਟ ਹੈਡਲਾਈਨਸ ਵੇਖੀਆਂ ਹੋਣੀਆਂ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਖਾਸ ਕਰਕੇ ਜਦੋਂ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਐਂਡ ਇਜ਼ਰਾਈਲੀ ਲੀਡਰਸ ਦੇ ਨਾਲ ਮਿਲੇ ਕਿ ਜੋ ਰੀਸੈਂਟ ਹਿਊਮਨ ਰਾਈਟਸ ਵਾਇਲੇਸ਼ਨਸ ਇਨ ਮੁਲਕਾਂ ਤੋਂ ਕੀਤੀਆਂ ਗਈਆਂ ਜਰਨਲਿਸਟਸ ਦੇ ਖਿਲਾਫ, ਜਮਾਲ ਖਸ਼ੋਗੀ ਜੋ ਕਿ ਵਾਸ਼ਿੰਗਟਨ ਪੋਸਟ ਦੇ ਜਰਨਲਿਸਟ ਸੀਗੇ, ਅਮਰੀਕਨ ਰੈਜ਼ੀਡੈਂਟ, ਜਿਨ੍ਹਾਂ ਨੂੰ CIA ਨੇ ਕਿਹਾ ਹੈ ਕਿ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਨੇ ਡਾਇਰੈਕਟ ਆਰਡਰ ਦਿੱਤਾ ਕਿ ਇਸ ਬੰਦੇ ਨੂੰ ਤੁਸੀਂ ਮਾਰਨਾ ਹੈ, ਉਹਦੀ ਹੱਤਿਆ ਹੋਵੇ। ਜਾਂ ਰੀਸੈਂਟਲੀ ਪੈਲਸਟੀਨੀਅਨ ਅਮਰੀਕਨ ਜਰਨਲਿਸਟ ਅਲ ਜਜ਼ੀਰਾ ਦੀ ਸ਼ਰੀਨ ਅਬੂ ਅਖਲਾ, ਜਿਹਨੂੰ ਇਜ਼ਰਾਈਲੀ ਫੋਰਸਿਸ ਨੇ ਮਾਰਿਆ। ਪ੍ਰੈਜ਼ੀਡੈਂਟ ਬਾਈਡਨ ਦੀ ਇਨ ਸਾਰਿਆਂ ਨਾਲ ਮੁਲਾਕਾਤ ਉਨ ਇਸ਼ੂਜ਼ ਤੋਂ ਬਿਲਕੁਲ ਹਟ ਕੇ ਹੋਈ। ਐਂਡ ਅੱਜ ਲੋਕੀ ਇਹ ਪੁੱਛ ਰਹੇ ਹੈ ਕਿ ਫਾਇਦਾ ਕੀ ਹੋਇਆ ਇਸ ਟ੍ਰਿਪ ਤੋਂ, ਇਸ ਮਿਡਲ ਈਸਟ ਟ੍ਰਿਪ ਤੋਂ, ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਵਾਇਰਲ ਪਿਕਚਰ ਵੇਖ ਸਕਦੇ ਹੋ, ਪ੍ਰੈਜ਼ੀਡੈਂਟ ਬਾਈਡਨ ਫਿਸਟ ਬੰਪ ਕਰ ਰਹੇ ਹੈ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ, MBS ਜਿਹਨੂੰ ਨਿਕਨੇਮ ਦਿੱਤਾ ਗਿਆ ਹੈ। ਇੱਕ ਫਰੈਂਡਲੀ ਡਿਮੀਨਰ, ਇੱਕ ਮਤਲਬ ਤੁਸੀਂ ਕਹਿ ਲਓ ਖੁਸ਼ ਮਿਜ਼ਾਜ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਿਲ ਜੁਲ ਰਹੇ ਹੈ। ਇਨਫੈਕਟ ਇਸ ਟ੍ਰਿਪ ਤੋਂ ਕੁਝ ਕੰਕਰੀਟ ਨਾ ਨਿਕਲਣ ਕਰਕੇ, ਖਾਸ ਕਰਕੇ ਜਦੋਂ ਤੇਲ ਦੀ ਗੱਲ ਆਉਂਦੀ ਹੈ ਜੋ ਇੱਕ ਬਹੁਤ ਵੱਡਾ ਏਜੰਡਾ ਆਈਟਮ ਸੀਗਾ, ਕੋਈ ਕੰਕਰੀਟ ਨਹੀਂ ਅਨਾਊਂਸਮੈਂਟ ਕੀਤੀ ਗਈ। ਇਹ ਲੋਕੀ ਪੁੱਛ ਰਹੇ ਕਿ ਕੀ ਸਿਰਫ ਉਹਨਾਂ ਦੀ ਰੈਪੂਟੇਸ਼ਨ ਹੀ ਹਰਟ ਹੋਈ ਹੈ, ਕੋਈ ਮਤਲਬ ਜੋ ਇੰਪੋਰਟੈਂਟ ਪ੍ਰਾਇਓਰਿਟੀ ਸੀਗੀ, ਜੋ ਵੱਡੇ ਇੰਟਰਸਟ ਹਨ ਯੂਨਾਈਟਿਡ ਸਟੇਟਸ ਦੇ, ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਅਸੀਂ ਅਕੰਪਲਿਸ਼ ਕੀਤੀ ਇਸ ਟ੍ਰਿਪ ਦੇ ਵਿੱਚ। ਸ਼ਾਇਦ ਤੁਹਾਨੂੰ ਇੱਕ ਵਾਰੀ ਫਿਰ ਮੈਂ ਇੱਥੇ ਯਾਦ ਦਿਲਾ ਦਾਂ ਕਿ CIA ਨੇ ਕਿਹਾ ਹੈ, CIA ਸੈਂਟਰਲ ਇੰਟੈਲੀਜੈਂਸ ਏਜੰਸੀ, ਯੂਨਾਈਟਿਡ ਸਟੇਟਸ ਦੀ ਪ੍ਰੀਮੀਅਰ ਇੰਟੈਲੀਜੈਂਸ ਏਜੰਸੀ ਨੇ ਆਪ ਇਹ ਜਜਮੈਂਟ ਦਿੱਤੀ ਸੀ ਕਿ ਸਾਊਦੀ ਕਰਾਊਨ ਪ੍ਰਿੰਸ ਨੇ ਅਮਰੀਕਨ ਰੈਜ਼ੀਡੈਂਟ ਜਮਾਲ ਖਸ਼ੋਗੀ ਦੀ ਅਸੈਸੀਨੇਸ਼ਨ ਦਾ ਆਰਡਰ ਦਿੱਤਾ। ਤੇ ਇਸ ਗੱਲ ਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਕਹਿ ਰਹੇ ਕਿ ਉਹਨਾਂ ਨੇ ਕਨਫਰੰਟ ਕੀਤਾ ਸੀ ਸਾਊਦੀ ਪ੍ਰਿੰਸ ਨੂੰ, ਬਟ ਕਰਾਊਨ ਪ੍ਰਿੰਸ ਦੇ ਨੁਮਾਇੰਦੇ ਕਹਿ ਰਹੇ ਕਿ ਨਹੀਂ, ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ। ਐਂਡ ਅਸੀਂ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਇੰਨਾ ਕੀ ਕਿਹਾ। ਐਂਡ ਜਦੋਂ ਇਜ਼ਰਾਈਲੀ ਲੀਡਰਸ ਦੀ ਗੱਲ ਆਉਂਦੀ ਹੈ, UN ਵੱਲੋਂ ਇੱਕ ਕੰਕਲੂਜਨ ਦਿੱਤਾ ਗਿਆ ਕਿ ਇਜ਼ਰਾਈਲੀ ਸੋਲਜਰਸ ਨੇ ਅਮਰੀਕਨ ਜਰਨਲਿਸਟ ਨੂੰ ਗੋਲੀ ਦੇ ਨਾਲ ਮਾਰਤਾ ਵੈਸਟ ਬੈਂਕ ਦੇ ਵਿੱਚ, ਅਮਰੀਕਨ ਪੈਲਸਟੀਨੀਅਨ ਜਰਨਲਿਸਟ।
इन चीज़ों के बावजूद ऑफ कोर्स प्रेजिडेंट बाइडन इन एरियाज़ दे विच ज़्यादा फोकस नहीं कर रहे सी ह्यूमन राइट्स नूं एक पासे रख के कुछ होर प्रायोरिटीज़ नूं अगे लैके आने की कोशिश कर रहे सी बट वंस अगैन ना ह्यूमन राइट्स ते ज़्यादा कोई चर्चा हुई ना जो वड्डी प्रायोरिटीज़ जिन्हां दे करके शायद उन्होंने कोई पास असी दे सकते सी ना वो पूरियां कीतियां गईयां सो इत्थे सवाल तो यही वड्डा उठता है कि फिर फायदा की सीगा इस ट्रिप का इनफैक्ट इस ट्रिप का इंपैक्ट इहदा आउटकम की निकलूगा रेपूटेशन नूं तां ठेस पहुंची ह्यूमन राइट्स ऑर्गेनाइजेशनस अज ये पूछ रही हैं कि यूनाइटेड स्टेट्स जो कि फ्रीडम ऑफ द प्रैस दी किन्नी इज्जत करता है फ्रीडम ऑफ द प्रैस इस मुल्क दे विच किन्ने वड्डे लैवल ते पाई जाती है उस चीज़ नूं पासे रख के वक्री प्रायोरिटीज़ लैके मिडल ईस्ट दे विच गई तो उन प्रायोरिटीज़ दे विच भी कुछ नहीं निकलिया एंड जो दुनिया के जर्नलिस्ट सन अज वो पूछ रहे हैं कि इस ट्रिप तो की मैसेज जाता है वख-वख ओहो जे मुल्कां नूं जो कि जर्नलिस्ट ते फ्रीडम ऑफ प्रैस ते पत्रकारी नूं अनबायस्ड रिपोर्टिंग नूं सप्रैस करने की कोशिश करते उन्होंने यही मैसेज जाता है कि यूनाइटेड स्टेट्स इन्नी कदर नहीं करता इन चीज़ों की अज असी एक पत्रकार का परसपैक्टिव लवांगे गैस्ट साडे नाल जुड़े हुए तुसीं भी इस तरह जुड़े रहो मिलते हैं ब्रेक तो उस पार ब्रेक तो बाद सारे स्वागत करते हैं तुसीं वेख रहे हो प्रोग्राम अज का मुद्दा अज प्रेजिडेंट बाइडन दे इंटरनेशनल ट्रिप नूं लैके प्रोग्राम तुहाडे नाल पेश कर रहे हैं भावें प्रेजिडेंट बाइडन दे इस वेले डोमैसटिक मसले प्रॉब्लम्स बहुत वड्डे लैवल ते फीचर हो रही हैं भावें वो इन्फ्लेशन होए तेल दी महंगाई होवे ओवरऑल इकोनॉमी दा स्टैटस होवे या वख-वख जो कि लैजिस्लेशन प्रेजिडेंट बाइडन वालों प्रॉमिस की गई सी ओदी रुकावट कांग्रेस विच होवे इन सारी चीज़ों को अज परे रख के असी उस ट्रिप बारे गल कर रहे हैं जिहदे विच प्रेजिडेंट बाइडन वेखे गए उन्हां नाल फ्रेंडली तौर पर गल करते हुए जिन्होंने कुछ चेर पहले ही बाइडन साहब ने कहा सी कि ये ह्यूमन राइट्स वायलेटर्स हैं आई एम टॉकिंग अबाउट दी सऊदी क्राउन प्रिंस मोहम्मद बिन सलाम जिहदे नाल प्रेजिडेंट बाइडन मिले ऑफ कोर्स तेल की गल करन लई होर फॉरेन रिलेशनस नूं अगे वधाउण लई बट जिस फ्रेंडली डिमीनर दे नाल MBS जो उन्हां दा निकनेम हैगा क्राउन प्रिंस दा MBS दे नाल प्रेजिडेंट बाइडन मिले पूरी दुनिया के ह्यूमन राइट्स ग्रुप अज ये पूछ रहे हैं खास करके जर्नलिस्ट्स कि प्रेजिडेंट बाइडन नूं वो याद नहीं वो अमेरिकन रेजिडेंट जर्नलिस्ट वाशिंगटन पोस्ट दे जमाल खशकोगी जेदी बहुत ही तुसी कह लो भयानक मर्डर दी रिस्पॉन्सिबिलिटी यूनाइटेड स्टेट्स दी आप दी CIA ने सऊदी क्राउन प्रिंस दे हवाले की सी इस चीज़ बारे ते होर के जर्नलिस्ट खास करके मीडिया ते पत्रकारां दे फील्ड दे विच की रिएक्शन हो रहा है इस खबर नूं लैके इस ट्रिप नूं लैके अज साडे नाल गेस्ट जुड़े हैं मैनूं बहुत खुशी हो रही है साडे इत्थे न्यूयॉर्क दे कम्यूनिटी दे लोकल बहुत मन्ने परमन्ने जर्नलिस्ट प्रोफैसर इंद्रजीत सिंह सलूजा जी सब तो पहले प्रोफैसर सलूजा तुहाडा प्रोग्राम दे विच स्वागत सत श्री अकाल सत श्री अकाल अश्विता जी जस पंजाबी दे दर्शकां नूं मेरी सत श्री अकाल और बहुत खुशी होएगी तुहाडे नाल गलबात करके आज शाम नूं इस So good to have you, Professor, Chief Editor and Publisher of the Indian Panorama. तुसी ना कि सिर्फ पत्रकारी दे तौर ते साडे नाल जुड़े हो, but as someone who routinely engages in the community and एहो जे current affairs दी जानकारी ते expertise रखन वाले तौर ते तुसी साडे नाल जुड़े हो. Thank you so much for your time again. Professor Saluja, let's start with this जो President Biden दी Saudi Crown Prince MBS Mohammed bin Salah दे नाल मीटिंग रही जो पिक्चर वायरल हो रही है इस रीसेंट मिडल ईस्ट ट्रिप तो इस मीटिंग नूं लैके खास करके प्रेजिडेंट बाइडन एक फिस्ट बंप दिंदे है क्राउन प्रिंस नूं इट जस्ट सीम्स वेरी फ्रेंडली कंसिडरिंग कि रीसेंटली ही जो जमाल खशकोगी जर्नलिस्ट
ਦੀ ਹੱਤਿਆ ਹੋਈ ਸੀ, ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਕਿ ਸਾਊਦੀ ਕਰਾਊਨ ਪ੍ਰਿੰਸ ਨੂੰ ਅਸੀਂ ਪਰਾਇਆ ਬਣਾ ਦਾਂਗੇ, ਕਿ ਉਹਨਾਂ ਦੇ ਨਾਲ ਕੋਈ ਡੀਲਿੰਗਸ ਨਹੀਂ ਹੋਣਗੀਆਂ ਦੁਨੀਆ ਦੇ ਵਿੱਚ। ਦੁਨੀਆ ਨੂੰ ਪਤਾ ਲੱਗੂਗਾ ਕਿ ਉਹ ਕਿਸ ਤਰ੍ਹਾਂ ਦੇ ਹਿਊਮਨ ਰਾਈਟਸ ਵਾਇਲੇਟਰਸ ਹਨ। ਬਟ ਅੱਜ ਉਹ ਉਹਨਾਂ ਦੇ ਨਾਲ ਮਿਲ ਰਹੇ ਹੈ, ਜੁਲ ਰਹੇ ਹੈ। ਇਸ ਕੰਟਰੋਵਰਸੀ ਬਾਰੇ ਤੁਹਾਡੇ ਕੀ ਵਿਚਾਰ ਹਨ? ਅਸ਼ਵਨੀ, ਤੁਸੀਂ ਅੱਛੀ ਖਾਸੀ ਰਿਸਰਚ ਹੋਈ। ਜਿਹੜਾ ਖਸ਼ੋਗੀ ਦਾ ਮਰਡਰ ਹੋਇਆ, ਇਹ ਕੋਈ ਆਮ ਮਰਡਰ ਹੁੰਦੇ ਰਹੇ ਆ ਜਰਨਲਿਸਟ ਤੇ, ਜਰਨਲਿਸਟ ਹੁੰਦਾ ਰਿਹਾ, ਜਰਨਲਿਸਟ ਦਾ ਹੈਰਾਸਮੈਂਟ ਹੁੰਦਾ ਰਿਹਾ। ਲੇਕਿਨ ਜਿਸ ਬੇਰਹਿਮੀ ਖਸ਼ੋਗੀ ਦਾ ਕਤਲ ਕੀਤਾ ਗਿਆ ਸਾਊਦੀ ਅਰੇਬੀਅਨ ਐਮਬੈਸੀ ਇਸਤਾਂਬੁਲ ਟਰਕੀ ਦੇ ਵਿੱਚ, ਜਦ ਕਿ ਉਹ ਕੁਝ ਡਾਕੂਮੈਂਟਸ ਇਕੱਠੇ ਕਰਨ ਗਏ ਸੀਗੇ, ਔਰ ਉਸ ਵੇਲੇ ਉਹਨਾਂ ਨੂੰ ਕਤਲ ਕਰਕੇ ਦੀ ਜਿਹੜੀ ਦੇਹ ਸੀ, ਬਾਡੀ ਸੀ, ਉਸਦੇ ਟੁਕੜੇ ਕੀਤੇ ਗਏ। ਇਹਨਾਂ ਬੇਰਹਿਮੀ ਦੇ ਨਾਲ ਜਿਹੜਾ ਕਤਲ ਸੀ, ਉਸਨੇ ਸਾਰੇ ਸੰਸਾਰ, ਸਿਰਫ ਜਰਨਲਿਸਟ ਨੂੰ ਹੀ ਨਹੀਂ, ਸਾਰੇ ਸੰਸਾਰ ਨੂੰ ਝਕਝੋਰ ਕੇ ਰੱਖ ਦਿੱਤਾ ਸੀਗਾ। ਔਰ ਬਿਲਕੁਲ ਤੁਸੀਂ ਕਹਿ ਕਿ ਬਾਈਡਨ ਸਾਹਿਬ ਨੇ ਬੜੇ ਜੋਸ਼ੋ ਖਰੋਸ਼ ਨਾਲ ਕਿਹਾ ਸੀਗਾ, ਪੂਰਾ ਜਿਸ ਵੇਲੇ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਐਮਐਲ ਜਿਹੜਾ ਤੁਹਾਡਾ ਕਰਾਊਨ ਪ੍ਰਿੰਸ ਸਲਮਾਨ ਹੈ, ਮੁਹੰਮਦ ਬਿਨ ਸਲਮਾਨ, ਉਹ ਇੱਕ ਪਰਾਇਆ ਸਮਝੇ ਜਾਣ ਲੱਗੇ। ਉਹਨਾਂ ਦੇ ਨਾਲ ਕੋਈ ਕਿਸੇ ਤਰੀਕੇ ਦਾ ਕੋਈ ਸੰਪਰਕ ਨਹੀਂ ਹੋਏ, ਉਹਨਾਂ ਨੂੰ ਕੋਈ ਰਿਕਗਨਾਈਜ਼ ਨਹੀਂ ਅਸੀਂ ਕਰਾਂਗੇ, ਔਰ ਫਿਰ ਜਾ ਕੇ ਉਹਨਾਂ ਨੂੰ ਜੱਫੀਆਂ ਪਾਣ ਨਾ, ਇਹ ਜਿਹੜਾ ਹੈਗਾ ਉਹ ਬਹੁਤ ਹੀ ਦੁਖਦਾਈ ਹੈ। ਮੇਰਾ ਖਿਆਲ ਸਾਰਾ ਸੰਸਾਰ ਇਸ ਵੇਲੇ ਬਾਈਡਨ ਸਾਹਿਬ ਨੂੰ ਥੂ ਕਰ ਰਿਹਾ। ਆਈ ਮੀਨ ਬਾਈਡਨ ਸਾਹਿਬ ਦੀ ਜੋ ਅਸੀਂ ਕਹਿ ਸਕਦੇ ਹਾਂ ਪ੍ਰੋਬਲਮਸ ਹਨ, ਉਹ ਦਿਨ ਬਰ ਦਿਨ ਵੱਧ ਰਹੀਆਂ, ਭਾਵੇਂ ਉਹ ਡੋਮੈਸਟਿਕ ਹੋਣ ਜਾਂ ਇੰਟਰਨੈਸ਼ਨਲ। ਇਸ ਟ੍ਰਿਪ ਦੇ ਵਿੱਚ ਵੀ ਕੋਈ ਖਾਸ ਇੰਨੀ ਕੋਈ ਵੱਡੀ ਡਿਵੈਲਪਮੈਂਟ ਜਾਂ ਅਚੀਵਮੈਂਟ ਨਹੀਂ ਉਹਨਾਂ ਨੇ ਹਾਸਿਲ ਕੀਤੀ, ਜਿਹਦੇ ਕਰਕੇ ਲੋਕੀ ਮੂੰਹ ਮੋੜ ਲੈਣ, ਕਹਿਣ ਕਿ ਕੋਈ ਗੱਲ ਨਹੀਂ, ਚਲੋ ਉਹ ਮਿਲ ਕੇ ਆਏ ਆ ਉਹਨਾਂ ਨੂੰ, ਬਟ ਦੇਖੋ ਇਹਦਾ ਨਤੀਜਾ ਕਿੰਨਾ ਵਧੀਆ ਨਿਕਲਿਆ, ਰਾਈਟ। ਤੇਲ ਦੀ ਖਾਤਰ ਅਗਰ ਅਸੀਂ ਤੇਲ ਦੀ ਵੀ ਹੀ ਗੱਲ ਕਰ ਲਈਏ, ਕੋਈ ਕੰਕਰੀਟ ਅਨਾਊਂਸਮੈਂਟ, ਕੋਈ ਵੱਡਾ ਪਲਾਨ ਨਹੀਂ ਦੱਸਿਆ ਗਿਆ, ਜਿਹਦੇ ਨਾਲ ਸ਼ਾਇਦ ਜੋ ਪੂਰੀ ਦੁਨੀਆ ਦੀ ਇਸ ਵੇਲੇ ਆਇਲ ਕ੍ਰਾਈਸਿਸ ਚੱਲ ਰਹੀ ਹੈ, ਉਹਦਾ ਕੋਈ ਹੱਲ ਹੋਵੇ, ਕੋਈ ਸੁਝਾਵ ਮਿਡਲ ਈਸਟ ਵੱਲੋਂ ਉਹਦੇ ਲਈ ਕੱਢਿਆ ਜਾਏ। ਜੋ ਇਹ ਤੇਲ ਦਾ ਇਸ਼ੂ ਹੈ ਜਾਂ ਮਿਡਲ ਈਸਟ ਦੇ ਵਿੱਚ ਰਿਲੇਸ਼ਨਸ ਵਧਾਉਣ ਦਾ ਇਸ਼ੂ ਹੈ, ਖਾਸ ਕਰਕੇ ਸਾਊਦੀ ਅਰੇਬੀਆ ਦੇ ਨਾਲ, ਪ੍ਰੋਫੈਸਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਥਿਤੀ ਚੇਂਜ ਹੋਈ ਹੈ ਰੀਸੈਂਟ ਟਾਈਮਸ ਦੇ ਵਿੱਚ, ਕਿ ਪ੍ਰੈਜ਼ੀਡੈਂਟ ਬਾਈਡਨ ਆਪ ਦੇ ਉਸ ਇਨੀਸ਼ੀਅਲ ਐਲਾਨ ਤੋਂ ਪਿੱਛੇ ਹਟ ਰਿਹਾ ਹੈ ਕਿ ਹੁਣ ਉਹ ਮਿਡਲ ਈਸਟ ਵਿੱਚ ਜਾ ਕੇ ਨਾ ਕਿ ਸਿਰਫ ਸਾਊਦੀ ਅਰੇਬੀਆ ਦੇ ਨਾਲ ਮਿਲ ਰਹੇ, ਬਟ ਇਜ਼ਰਾਈਲ ਦੇ ਨਾਲ ਵੀ? ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਅੱਜ ਦੀ ਡੇਟ ਦੇ ਵਿੱਚ ਕੀ ਮਿਡਲ ਈਸਟ ਦੀ ਜਾਂ ਸਾਊਦੀ ਅਰੇਬੀਆ ਦੀ ਇੰਪੋਰਟੈਂਸ ਵੱਧ ਗਈ ਹੈ ਤਾਂ ਕਿਉਂ ਵੱਧ ਗਈ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਕੀ ਚੇਂਜ ਹੋਇਆ ਹੈ? ਅੱਛਾ ਜੀ, ਬਹੁਤ ਅੱਛਾ ਸਵਾਲ ਹੈ। ਸਾਨੂੰ ਪੂਰੀ ਗੱਲ ਨੂੰ ਇੱਕ ਜੀਓ ਪੋਲੀਟੀਕਲ ਪਰਿਪੇਖ ਦੇ ਵਿੱਚ ਦੇਖਣ ਦੀ ਲੋੜ ਹੈ। ਇਹ ਸਿਰਫ ਛੋਟਾ ਹਿਊਮਨ ਰਾਈਟ ਦਾ ਮਸਲਾ ਨਹੀਂ ਹੁੰਦਾ, ਇਹ ਸਰਕਾਰਾਂ ਸੰਬੰਧਾਂ ਦੀ ਔਰ ਰੀਜਨਲ ਪੋਲਿਟਿਕਸ ਜਿਹੜੀ ਹੈਗੀ, ਉਹ ਸਾਰੇ ਨੂੰ ਵਿਚਾਰ ਕਰਨ ਦੀ ਗੱਲ ਹੁੰਦੀ ਹੈ। ਸਾਊਦੀ ਅਰੇਬੀਆ, ਤੁਸੀਂ ਯਾਦ ਕਰੋ 9/11 ਹੋਇਆ, ਜਿਹੜੇ ਇੱਥੇ 9/11 ਕਰਨ ਦੇ ਜ਼ਿੰਮੇਵਾਰ ਸੀਗੇ, ਉਹ ਕਿੱਥੋਂ ਆਏ ਸੀਗੇ? ਤੁਹਾਨੂੰ ਮੈਂ ਯਾਦ ਕਰਾਉਣਾ ਚਾਹਨਾ, ਉਸਾਮਾ ਬਿਨ ਲਾਦਨ ਸਾਊਦੀ ਅਰੇਬੀਆ ਦਾ ਸੀਗਾ। ਲੇਕਿਨ ਇੰਨਾ ਵੱਡਾ ਕਾਂਡ ਹੋਣ ਦੇ ਬਾਵਜੂਦ ਅਮਰੀਕਾ ਦੇ ਸਾਊਦੀ ਅਰੇਬੀਆ ਨਾਲ ਸੰਬੰਧ ਮਾੜੇ ਨਹੀਂ ਹੋਏ। ਉਸ ਵੇਲੇ ਕੌਣ ਸੀਗਾ? ਪਾਰਟੀ ਪਾਵਰ ਦੇ ਸੀਗੀ, ਬੁਸ਼ ਸਾਹਿਬ। ਅੱਜ ਬਾਈਡਨ ਸੋ ਭਾਵੇਂ ਰਿਪਬਲਿਕਨ ਕੋਈ ਵੀ ਪਾਵਰ ਦੇ ਵਿੱਚ ਹੋਵੇ, ਉਹਨਾਂ ਲਈ ਸਾਊਦੀ ਅਰੇਬੀਆ ਜਿਹੜਾ ਹੈਗਾ ਉਹਦੀ ਇੱਕ ਬਹੁਤ ਵੱਡੀ ਮਿਡਲ ਈਸਟ ਦੇ ਵਿੱਚ ਅਹਿਮੀਅਤ ਹੈ। ਈਰਾਨ ਨੂੰ ਅਗਰ ਬੈਲੈਂਸ ਕਰਨਾ ਤੇ ਸਾਊਦੀ ਅਰੇਬੀਆ ਨੂੰ ਨਾਲ ਲੈ ਕੇ ਚੱਲਣਾ ਹੀ ਪਏਗਾ। ਜੀ ਜੀ। ਔਰ ਦੂਸਰਾ, ਸਾਊਦੀ ਅਰੇਬੀਆ ਇੱਕ ਐਸਾ ਦੇਸ਼ ਹੈ ਜਿਹੜਾ ਇਜ਼ਰਾਈਲ ਦੇ ਲਈ
भी बहुत जरूरी है कि अगर सऊदी अरेबिया इजराइल के खिलाफ जाता तो पावर द बिगड़न की कुछ गुंजाइश हो सकती जी। सो सऊदी अरेबिया एक ऐसी स्थिति विच है जिथे कि ਉਹਨੂੰ ਅਮਰੀਕਾ ਨਾਰਾਜ਼ नहीं करेगा। एक तो जियोपॉलिटिकल रीजन, दूसरा ਤੁਸੀਂ ਕਹਿੰਦੇ तेल ਦੀ ਗੱਲ जी। ऑयल ਜਿਹੜਾ ਹੈ ਅਸ਼ਪਿਤਾ ਜੀ, ऑयल ਹਾਲੇ ਵੀ ਕਾਫੀ ਸਾਰਾ ਜਿਹੜਾ ਹੈਗਾ ਉਹ ਅਮਰੀਕਾ सऊदी अरेबिया तो ਲੈਣ क्यों नहीं सैंक्शंस कर ਦਿੱਤੀਆਂ? जब और कंट्री ਤੇ सैंक्शंस लागू कर सकते हैं तो क्यों नहीं लागू करते सऊदी अरेबिया ਤੇ नहीं करेंगे? बिकॉज ऑफ बेसिक थिंग जियोपॉलिटिकल कंपल्शंस। जी। ਪ੍ਰੋਫੈਸਰ ਸਾਹਿਬ, ਤੁਸੀਂ ਇੱਥੇ ਈਰਾਨ ਦੀ ਗੱਲ ਕੀਤੀ। ਆਮ ਸੋ ਗਲੈਡ ਤੁਸੀਂ ਇਹ ਮੈਂਸ਼ਨ ਕੀਤਾ ਬਿਕੋਜ਼ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਖਬਰ ਨਿਕਲੀ ਹੈ ਕਿ ਪੁਟਿਨ ਸਾਹਿਬ ਉਹ ਖੁਦ ਈਰਾਨ ਵਿੱਚ ਪਹੁੰਚੇ ਹੋਏ ਹੈ। ਤਹਿਰਾਨ ਦੇ ਵਿੱਚ ਉਹਨਾਂ ਦੀ ਮੀਟਿੰਗ ਰਹੀ, ਖਾਸ ਕਰਕੇ ਹੋਰ ਵੈਪਨਸ, ਹੋਰ ਹਥਿਆਰ ਲੈਣ ਦੀ ਉਹ ਗੱਲ ਕਰਕੇ ਉੱਥੇ ਡੀਲ ਬਣਾ ਕੇ ਆਏ ਹੈ। ਸੋ ਈਰਾਨ ਨੂੰ ਨਿਊਟਰਲਾਈਜ਼ ਕਰਨਾ ਜਾਂ ਉਹਨਾਂ 'ਤੇ ਪਾਬੰਦੀਆਂ ਲਾਉਣਾ ਇਸ ਵੇਲੇ ਵੀ ਕੈਨ ਅੰਡਰਸਟੈਂਡ ਕਿ ਕਿਉਂ ਇਹ ਪ੍ਰੈਜ਼ੀਡੈਂਟ ਬਾਈਡਨ ਲਈ ਐਂਡ ਸਾਰੇ ਵੈਸਟਰਨ ਓਨ ਪਾਵਰਸ ਲਈ ਜੋ ਕਿ ਰਸ਼ੀਆ ਨੂੰ ਰੋਕਣਾ ਚਾਹੁੰਦੇ ਹੈ ਇੱਕ ਪ੍ਰਾਇਓਰਿਟੀ ਬਣੀ ਹੋਈ ਹੈ। ਬਟ ਆਈ ਸਟਿਲ ਵਾਂਟ ਟੂ ਟਾਕ ਅ ਲਿਟਲ ਬਿਟ ਅਬਾਊਟ ਵਾਟ ਕਾਈਂਡ ਆਫ ਮੈਸੇਜ this sends to journalists worldwide, because ਅੱਜ ਦੀ ਡੇਟ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਪੱਤਰਕਾਰਾਂ ਦੇ ਖਿਲਾਫ ਦੁਨੀਆ ਦੇ ਪੂਰੇ ਕੋਨੇ ਦੇ ਵਿੱਚ ਈਵਨ ਅਮਰੀਕਨ ਜਰਨਲਿਸਟ ਦੇ ਖਿਲਾਫ ਜੋ ਅਟੈਕਸ ਹਨ, ਜੋ ਉਹਨਾਂ ਦੇ ਫੇਟਲ ਅਟੈਕਸ ਹੋ ਰਹੇ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਜਾਨਾਂ ਜਾ ਰਹੀਆਂ, ਉਹ ਵੱਧ ਗਈਆਂ ਤੇ ਵੱਧ ਰਹੀਆਂ। ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਤੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਪ੍ਰੋਫੈਸਰ ਇੰਦਰਜੀਤ ਸਿੰਘ ਸਲੂਜਾ ਸਾਡੇ ਨਾਲ ਜੁੜੇ ਹਨ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ, ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ। ਅੱਜ ਦਾ ਮੁੱਦਾ ਪ੍ਰੈਜ਼ੀਡੈਂਟ ਬਾਈਡਨ ਦੀ ਪ੍ਰੋਬਲਮਸ ਵੱਧਦੀਆਂ ਜਾ ਰਹੀਆਂ, ਭਾਵੇਂ ਉਹ ਡੋਮੈਸਟਿਕ ਹੋਣ ਜਾਂ ਇੰਟਰਨੈਸ਼ਨਲ ਹੋਣ। ਰੀਸੈਂਟਲੀ ਉਹਨਾਂ ਦਾ ਜੋ ਮਿਡਲ ਈਸਟ ਦਾ ਟ੍ਰਿਪ ਰਿਹਾ ਹੈ ਉਹਦੇ ਵਿੱਚ ਵੀ ਕਾਫੀ ਕੰਟਰੋਵਰਸੀ ਸਟਰ ਹੋ ਰਹੀ ਹੈ। ਲੋਕੀ ਇਸ ਟ੍ਰਿਪ ਨੂੰ ਕਾਫੀ ਇੱਕ ਨੈਗੇਟਿਵ ਨਜ਼ਰੀਏ ਨਾਲ ਵੇਖ ਰਹੇ ਹੈ ਕਿ ਤੁਸੀਂ ਮਿਡਲ ਈਸਟ ਵਿੱਚ ਜਾ ਕੇ ਉਨ ਲੀਡਰਸ ਦੇ ਨਾਲ ਮਿਲ ਕੇ ਜੁਲ ਕੇ ਆਏ ਜਿਨ੍ਹਾਂ ਨੂੰ ਤੁਸੀਂ ਆਪ ਹੀ ਅਕਿਊਜ਼ ਕੀਤਾ ਹੋਇਆ ਸੀ ਹਿਊਮਨ ਰਾਈਟਸ ਵਾਇਲੇਸ਼ਨਸ ਲਈ। ਐਂਡ ਹੁਣ ਜਿੱਥੇ ਤੇਲ ਦੀ ਕਮੀ ਪੈ ਰਹੀ ਹੈ, ਨਾ ਕਿ ਸਿਰਫ ਅਮਰੀਕਨਸ ਨੂੰ, ਜਿੱਥੇ ਮਹਿੰਗਾਈ ਇੰਨੀ ਵੱਧ ਗਈ ਹੈ ਗੈਸ ਪੰਪ 'ਤੇ, ਪੂਰੀ ਦੁਨੀਆ ਦੇ ਵਿੱਚ ਤੇਲ ਦੀ ਮਹਿੰਗਾਈ ਦੀ ਚਿੰਤਾ ਵੱਧ ਰਹੀ ਹੈ, ਖਾਸ ਕਰਕੇ ਯੂਰਪ ਦੇ ਵਿੱਚ। ਉੱਥੇ ਪ੍ਰੈਜ਼ੀਡੈਂਟ ਬਾਈਡਨ ਦਾ ਜੋ ਇਹ ਟ੍ਰਿਪ ਰਿਹਾ ਉਹਦੇ ਵਿੱਚ ਕੋਈ ਇੰਨੀ ਵੱਡੀ ਕੰਕਰੀਟ ਕੋਈ ਵੱਡੀ ਡੀਲ ਨਹੀਂ ਨਿਕਲੀ ਜਿਹਦੇ ਨਾਲ ਇਸ ਤੇਲ ਦੀ ਸਮੱਸਿਆ ਦਾ ਕੋਈ ਹੱਲ ਹੋਵੇ। ਬਟ ਇੱਕ ਏਰੀਆ ਦੇ ਵਿੱਚ ਕੰਸਰਨ ਵੱਧ ਰਿਹਾ ਹੈ। ਦੁਨੀਆ ਦੇ ਸਾਰੇ ਹੀ ਜਰਨਲਿਸਟ, ਪੱਤਰਕਾਰ, ਮੀਡੀਆ ਦੇ ਨਾਲ ਜੁੜੇ ਹੋਏ ਇੰਡੀਵਿਜੂਅਲਸ ਅੱਜ ਇਹ ਸੋਚ ਰਿਹਾ ਹੈ ਕਿ ਅਮਰੀਕਾ ਜੋ ਕਿ ਫਰੀडम ਆਫ ਪ੍ਰੈਸ ਨੂੰ ਕਿੰਨੇ ਵੱਡੇ ਅਹੁਦੇ 'ਤੇ ਮੰਨਦਾ ਹੈ, ਉੱਥੇ ਦਾ ਲੀਡਰ ਕਿਸ ਤਰ੍ਹਾਂ, ਭਾਵੇਂ ਉਹ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਹੋਵੇ ਜਾਂ ਇਜ਼ਰਾਈਲੀ ਲੀਡਰਸ ਹੋਣ, ਉਹਨਾਂ ਦੇ ਨਾਲ ਬਹਿ ਕੇ ਗੱਲ ਕਰ ਸਕਦਾ ਹੈ। ਜਦੋਂ ਰੀਸੈਂਟਲੀ ਹੀ ਇਹ CIA ਤੇ ਹੋਰ ਵੱਡੀ ਅਮਰੀਕਨ ਏਜੰਸੀ ਕਨਫਰਮ ਕੀਤਾ ਹੋਏ ਕਿ ਅਮਰੀਕਨ ਜਰਨਲਿਸਟ ਨੂੰ ਮਾਰਿਆ ਗਿਆ। ਸਾਡੇ ਨਾਲ ਇੱਕ ਪੱਤਰਕਾਰ ਦਾ ਪਰਸਪੈਕਟਿਵ ਸ਼ੇਅਰ ਕਰਨ ਲਈ ਜੁੜੇ ਹਨ ਪ੍ਰੋਫੈਸਰ ਇੰਦਰਜੀਤ ਸਿੰਘ ਸਲੂਜਾ ਜੀ। ਪ੍ਰੋਫੈਸਰ ਸਲੂਜਾ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਆਮ ਸੋ ਗਲੈਡ ਕਿ ਤੁਸੀਂ ਆਪ ਦੀ ਐਕਸਪਰਟੀਜ਼ ਇਸ ਏਰੀਆ ਦੇ ਵਿੱਚ, ਜੀਓਪੋਲਿਟਿਕਸ ਵਿੱਚ, ਖਾਸ ਕਰਕੇ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਡੇ ਨਾਲ ਸ਼ੇਅਰ ਕਰ ਰਹੇ ਹੋ। ਇਸ ਹੀ ਪਰਸਪੈਕਟਿਵ ਦੇ ਬਾਰੇ ਮੈਂ ਥੋੜ੍ਹੀ ਜਿਹੀ ਤੁਹਾਡੇ ਤੋਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਹਾਂ। ਭਾਵੇਂ ਉਹ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਹੋਣ ਸਾਊਦੀ ਅਰੇਬੀਆ ਦੇ, ਜਿਨ੍ਹਾਂ ਦੇ ਖਾਤੇ ਇਹ ਬਹੁਤ ਹੀ ਗਰੂਸਮ ਮਰਡਰ ਅਮਰੀਕਨ ਰੈਜ਼ੀਡੈਂਟ ਤੇ ਵਾਸ਼ਿੰਗਟਨ ਪੋਸਟ ਦੇ ਜਰਨਲਿਸਟ ਜਮਾਲ ਖਸ਼ੋਗੀ ਦਾ ਰਿਹਾ ਰੀਸੈਂਟਲੀ, ਜਾਂ ਉਹ ਇਜ਼ਰਾਈਲੀ ਲੀਡਰਸ ਹੋਣ ਜਿਨ੍ਹਾਂ ਦੀ ਫੋਰਸਿਸ ਦੀ ਇੱਕ ਗੋਲੀ ਨੇ ਰੀਸੈਂਟਲੀ ਪੈਲਸਟੀਨੀਅਨ ਅਮਰੀਕਨ ਪੱਤਰਕਾਰ ਜੋ ਕਿ ਅਲ ਜਜ਼ੀਰਾ ਲਈ ਕੰਮ ਕਰਦੀ ਸੀ, ਸ਼ਰੀਨ ਅਬੂ ਅਖਲਾ ਨੂੰ ਮਾਰਿਆ ਕਰਾਊਨ ਦੇ ਵਿੱਚ। ਦੁਨੀਆ ਦੇ ਸਾਰੇ ਜਰਨਲਿਸਟ ਅੱਜ ਇਹ ਪੁੱਛ ਰਹੇ ਹੈ ਕਿ ਕੀ ਅਮਰੀਕਾ ਉਹ ਫਰੀडम ਆਫ ਪ੍ਰੈਸ ਤੇ ਉਨ ਪੱਤਰਕਾਰਾਂ ਲਈ ਬਿਲਕੁਲ ਵੀ ਹੁਣ ਕਦਰ ਨਹੀਂ ਕਰਦਾ ਜਿਨ੍ਹਾਂ ਦੇ ਬਲਬੂਤੇ ਤੇ ਇੱਥੇ ਦੀ ਫਰੀडम, ਇੱਥੇ ਦੀ ਡੈਮੋਕ੍ਰੇਸੀ ਸੈੱਟ ਹੋਈ ਹੈ। ਪ੍ਰੋਫੈਸਰ, ਕਿਸ ਤਰ੍ਹਾਂ ਦਾ ਮੈਸੇਜ ਤੁਹਾਨੂੰ ਲੱਗਦਾ ਹੈ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਰੀਸੈਂਟ ਮੀਟਿੰਗਸ, ਇਸ ਟ੍ਰਿਪ ਤੋਂ ਜਰਨਲਿਸਟ ਤੇ ਹਿਊਮਨ ਰਾਈਟਸ ਐਡਵੋਕੇਟਸ ਨੂੰ ਦੁਨੀਆ ਭਰ ਦੇ ਵਿੱਚ ਮਿਲਦਾ ਹੈ? बार बार ਤੁਸੀਂ ਬੜਾ ਐਮਫਸਾਈਜ਼ ਕਰ ਰਹੇ ਹੋ ਕਿ ਬਾਈਡਨ ਸਾਹਿਬ ਉੱਤੇ ਗਏ
ਉਹਨਾਂ ਦੇ ਟ੍ਰਿਪ ਦਾ ਕੀ ਇੰਪ੍ਰੈਸ਼ਨ ਮਿਲ ਰਿਹਾ? ਇੰਪ੍ਰੈਸ਼ਨ ਤਾਂ ਇਹ ਮਿਲ ਰਿਹਾ ਜੀ ਕਿ ਉਹ ਸਿਰਫ ਸੈਰ ਕਰਨ ਗਏ ਸੀ, ਔਰ ਮੇਰਾ ਖਿਆਲ ਹੈ ਕਿ ਪੁਰਾਣਾ ਜਿਹੜਾ ਉਹਨਾਂ ਨੇ ਕਰਾਊਨ ਪ੍ਰਿੰਸ ਦਾ ਕ੍ਰਿਟਿਸਿਜ਼ਮ ਕੀਤਾ ਸੀਗਾ, ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਕ੍ਰਿਟਿਸਿਜ਼ਮ ਹੁਣ ਇਸ ਨੂੰ ਭੁੱਲ ਜਾਣ ਦੀ ਲੋੜ ਹੈਗੀ ਔਰ ਅੱਗੇ ਵਧਣ ਦੀ ਲੋੜ ਹੈ. ਦਿਸ ਇਜ਼ ਵਾਟ ਪ੍ਰੋਬਬਲੀ ਥਾਟ ਦੈਟ on a lighter note and on a serious note. What I think over the years what we've seen, ਜਿਹੜਾ ਅਸੀਂ ਦੇਖਿਆ ਹੈ ਅਮਰੀਕਾ ਦੇ ਵਿੱਚ ਅਨਫੋਰਚੂਨੇਟਲੀ ਹਿਊਮਨ ਰਾਈਟਸ ਦਾ ਜੋ ਪਹਿਲਾਂ ਹੁੰਦਾ ਸੀਗਾ ਇਹਨਾਂ ਦਾ ਇਹ ਸੋਚ ਕਿ ਹਿਊਮਨ ਰਾਈਟਸ ਵਾਇਓਲੇਸ਼ਨ ਦੁਨੀਆ ਦੇ ਕਿਤੇ ਵੀ ਹੋਇਆ ਇਹ ਸਾਡੇ ਲਈ ਚੈਲੰਜ ਹੈ. ਮੈਨੂੰ ਲੱਗਦਾ ਕਿ ਇਸ ਗੱਲ ਨੂੰ ਉਹਨਾਂ ਨੇ ਇੱਕ ਪਾਸੇ ਰੱਖ ਦਿੱਤਾ. ਹਿਊਮਨ ਰਾਈਟਸ ਦਾ ਵਾਇਓਲੇਸ਼ਨ ਅੱਜ ਦੁਨੀਆ ਦੇ ਵਿੱਚ ਬਹੁਤ ਵੱਧ ਚੁੱਕਿਆ. ਸ਼ਾਇਦ ਨਾਮ ਲਵਾਂ ਤਾਂ ਉਹਦੇ ਭਾਰਤ ਦਾ ਵੀ ਨਾਮ ਆ ਰਿਹਾ, ਜਿੱਥੇ ਇਹ ਹਾਲ ਹੋ ਗਿਆ ਕਿ ਅੱਜ ਅਸੀਂ ਨਾਈਜੀਰੀਆ ਤੋਂ ਵੀ ਜ਼ਿਆਦਾ ਗਰੀਬ ਹੋ ਗਏ ਫੋਰਚੂਨੇਟ. ਲੇਕਿਨ ਉੱਥੇ ਵੀ ਇੰਨਾ ਤਸ਼ੱਦਦ ਹੋ ਰਿਹਾ. ਪਿਛਲੇ ਦਿਨਾਂ ਇੱਕ ਫੈਕਟ ਚੈਕਿੰਗ ਜਿਹੜਾ ਸੀਗਾ ਆਲਟ ਉਹਦੇ ਐਡੀਟਰ ਨੂੰ ਬਿਨਾਂ ਮਤਲਬ ਦੇ ਤੁਸੀਂ 2018 ਦੀ ਟਵੀਟ ਦੇ ਆਧਾਰ ਤੇ ਪਕੜ ਵਿੱਚ ਪਾ ਦਿੱਤਾ ਜੀ. ਉਹਦੇ ਬਾਅਦ 6-7-8 ਜਗ੍ਹਾ ਤੇ ਯੂਪੀ ਦੇ ਵਿੱਚ ਉਹਦੇ ਖਿਲਾਫ ਮੁਕੱਦਮੇ ਤੁਸੀਂ ਦਰਜ ਕਰ ਦਿੱਤੇ ਔਰ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਨਹੀਂ ਇਹ ਹੱਕ ਹੈ ਇਹਨਾਂ ਦਾ ਔਰ ਇਹ ਆਪਣੀ ਗੱਲ ਕਹਿ ਸਕਦੇ ਆ. ਅਗਰ ਕੋਈ ਕਾਨੂੰਨ ਦਾ ਵਾਇਓਲੇਸ਼ਨ ਹੋ ਗਿਆ ਤਾਂ ਦੈਟ ਇਜ਼ ਅਨਦਰ ਥਿੰਗ, ਲੇਕਿਨ ਤੁਸੀਂ ਇਸ ਤਰੀਕੇ ਦੇ ਨਾਲ ਬੰਦੇ ਨੂੰ ਜੇਲ੍ਹ ਦੇ ਵਿੱਚ ਪਾ ਸਕਦੇ ਜੀ. ਲੇਕਿਨ ਜੋ ਹੋ ਰਿਹਾ ਉਹਦੇ ਬਾਰੇ ਕਦੀ ਅਮਰੀਕਾ ਦੇ ਵੱਲੋਂ ਕੋਈ ਲੰਬਾ ਚੌੜਾ ਬਿਆਨ ਨਹੀਂ ਆਇਆ, ਨਾ ਕੋਈ ਐਕਸ਼ਨ. ਵੈਰੀ ਟਰੂ. ਅਗੇਨ ਉਹੀ ਮੈਂ ਗੱਲ ਕੀ ਹੈ ਪੋਲੀਟੀਕਲ ਆਪਾਂ ਬੋਲਦੇ ਕਿ ਭਾਈ ਇਹ ਸਾਰੇ ਬੰਦੇ ਚੱਲਦੇ ਕਿ ਸਾਨੂੰ ਕਿਸ ਦੇ ਨਾਲ ਕਿਸ ਤਰੀਕੇ ਦਾ ਸੰਬੰਧ ਰੱਖ ਕੇ ਕੀ ਹਾਸਿਲ. This is the only thing that matters in world politics. ਅਮਰੀਕਾ ਨੂੰ ਪਤਾ ਕਿ ਭਾਈ ਅਸੀਂ ਸ਼ੋਰ ਕਰ ਲਿਆ, ਕੋਈ ਲੋੜ ਨਹੀਂ ਹੈਗੀ, ਬੈਠ ਜਾਓ. ਰੋਹਿੰਗਿਆ ਤਾਂ ਕੁਝ ਨਹੀਂ ਕਰ ਸਕਿਆ. ਕਈ ਹੋਰ ਦੇਸ਼ਾਂ ਦੇ ਵਿੱਚ ਹੁੰਦਾ, ਅੱਜ ਵੀ ਅਫਰੀਕਾ ਦੇ ਵਿੱਚ ਕੀ ਕੁਝ ਨਹੀਂ ਹੋ ਰਿਹਾ. ਇਹ ਆਪ ਨਹੀਂ ਹੋ. ਖਸ਼ੋਗੀ ਸਾਹਿਬ ਨਾਲ ਇਸ ਗੱਲੇ ਵੀ ਸੰਬੰਧੀ ਪੁਲਿਸ ਸੀਗੀ ਕਿ ਉਹ ਇਸ ਗੱਲ ਨੂੰ ਸਾਈਜ਼ ਕਰਦੇ ਸੀਗੇ. कहने का मतलब यह है अश्मिता जी की बाइडन साहब ने थोड़ी देर उन्होंने दे बारे कोई सऊदी अरेबिया तो कोई कंसेशंस लए हैं ना सप्लाई गल हुई है. द ओनली थिंग इज कि एक बहुत बड़ी गल है जिहड़ा कि ईरान नूं न्यूट्रलाइज करना सब तो पहला कंसर्न है अमेरिका दा. ईरान नूं न्यूट्रलाइज करना. ਅੱਜ ਹੁਣੇ ਤੁਸੀਂ ਜ਼ਿਕਰ ਕੀਤਾ ਪੁਤਿਨ ਆਏ ਹੈ ਉੱਥੇ. ਪੁਤਿਨ ਸਾਹਿਬ ਕਿਉਂ ਆਏ ਆ? ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਸਾਊਦੀ ਅਰੇਬੀਆ ਤੋਂ ਨਹੀਂ ਮਿਲੇਗਾ, ਅਮਰੀਕਨ ਜਿਹੜੇ ਅਮਰੀਕਾ ਦੇ ਨਾਲ ਜੁੜੇ ਦੇਸ਼ ਆ ਉਹ ਤੋਂ ਨਹੀਂ ਮਿਲੇਗਾ. ਉਸ ਤੋਂ ਮਿਲੇਗਾ ਈਰਾਨ ਤੋਂ ਮਿਲੇਗਾ. ਈਰਾਨ ਨੂੰ ਵੀ ਚਾਹੀਦਾ ਕਿ ਅਮਰੀਕਾ ਅਪੋਜ਼ ਕਰ ਰਿਹਾ, ਈਰਾਨ ਨੂੰ ਕੋਈ ਸੁਪਰ ਪਾਵਰ ਚਾਹੀਦੀ ਹੈ. ਕਹਿੰਦੇ ਈਰਾਨ ਉਹ ਰਸ਼ੀਆ ਦੇ ਨਾਲ ਅਲਾਈਨ ਕਰੇਗਾ. ਇਸ ਦੇ ਵਿੱਚ ਕਦ ਕੋਈ ਪਾਸਾ ਪਲਟ ਦੇਵੇ ਕੁਛ ਪਤਾ ਨਹੀਂ. ਅੱਜ ਬਾਈਡਨ ਸਾਹਿਬ ਉੱਥੇ ਜਾ ਕੇ ਜੱਫੀ ਕੇ ਆਏ, ਠੀਕ ਹੈ, ਬੜੇ ਪਿਆਰ ਨਾਲ ਇਹਨੂੰ ਮੈਂ ਜੱਫੀ ਕਹਿਣਾ, ਤੁਸੀਂ ਇਹਨੂੰ ਕਹਿੰਦਾ ਕਿ ਹਾਂ ਵੀ ਠੀਕ ਹੈ, ਲੇਕਿਨ ਜੱਫੀ ਪਾਣਾ ਬਿਲਕੁਲ ਗਲੇ ਮਿਲਣ ਵਾਲੀ ਗੱਲ ਹੈ ਕਿ ਤੁਸੀਂ ਸਵੀਕਾਰ ਜੋ ਕੀਤਾ. ਹੁਣ ਦੇਖੋ ਇੱਥੇ ਅਸਲ ਤੁਸੀਂ ਧਿਆਨ ਦਿੱਤਾ ਕਿ ਇੱਥੇ ਕੇਸ ਚੱਲ ਰਿਹਾ. I think you are aware of it. जी. खिलाफ ਜਿਹੜਾ ਕੇਸ ਚੱਲ ਰਿਹਾ ਜਿਹੜਾ ਕਿ ਉਹਦੀ ਫੈਂਸੀ ਖਸ਼ੋਗੀ ਫੈਂਸੀ ਨੇ ਫਾਈਲ ਕੀਤਾ ਹੋਇਆ ਲਾਸੂਟ. ਬਾਈਡਨ ਸਾਹਿਬ ਉੱਥੋਂ ਆਏ ਹਨ ਤੇ ਜਸਟਿਸ ਡਿਪਾਰਟਮੈਂਟ ਨੇ ਫੌਰਨ ਹੀ ਛੋਟਾ ਜਿਹਾ ਰਸਤਾ ਕਿ ਲੈਟ ਅਸ ਫਰਸਟ ਡਿਸਾਈਡ ਵੀ ਨੀਡ ਸਮ ਮੋਰ ਟਾਈਮ. ਜੱਜ ਨੂੰ ਕਿਹਾ ਕਿ ਵੀ ਨੀਡ ਸਮ ਮੋਰ ਟਾਈਮ ਟੂ ਡਿਸਾਈਡ ਕਿ ਇਹ law ਇਹਦੇ ਬਾਰੇ ਕੀ ਹੈ. ਪ੍ਰੋਫੈਸਰ ਸਾਹਿਬ ਆਈ ਮੀਨ ਇਹ ਤਾਂ ਚਲੋ ਇੱਕ ਇੰਡੀਵਿਜੂਅਲ ਦਾ ਇੱਕ ਪੱਤਰਕਾਰ ਦਾ ਕੇਸ ਹੈਗਾ ਐਂਡ ਅਸੀਂ ਸਮਝਦੇ ਹਾਂ ਕਿ ਇਨ ਦ ਲਾਰਜਰ ਸਕੀਮ ਆਫ ਥਿੰਗਸ ਇੱਕ ਪੱਤਰਕਾਰ ਦੀ ਜਾਨ ਸ਼ਾਇਦ ਇੰਨੀ ਜ਼ਿਆਦਾ ਮਾਇਨੇ ਨਹੀਂ ਰੱਖਦੀ ਇੱਕ ਵਰਲਡ ਲੀਡਰ ਲਈ, ਪ੍ਰੈਜ਼ੀਡੈਂਟ ਬਾਈਡਨ ਲਈ, ਇਨ ਦ ਗ੍ਰੈਂਡ ਸਕੀਮ ਆਫ ਥਿੰਗਸ.
ਬਟ ਓਵਰਆਲ ਜੋ ਉਹਨਾਂ ਦੀ ਪਬਲਿਕ ਇਮੇਜ ਹੈ ਉਹਦੀ ਤਾਂ ਚਿੰਤਾ ਉਹਨਾਂ ਨੂੰ ਬਿਲਕੁਲ ਹੈਗੀ, ਖਾਸ ਕਰਕੇ ਆਉਣ ਵਾਲੇ ਇਲੈਕਸ਼ਨਸ ਮਿਡ ਟਰਮਸ ਨੂੰ ਲੈ ਕੇ, ਅਗਲੇ ਸਾਲ ਦੇ 2024 ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ ਲੈ ਕੇ। ਕਲੋਜ਼ਿੰਗ ਦੇ ਵਿੱਚ ਪ੍ਰੋਫੈਸਰ ਆਈ ਗੈਸ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਟ੍ਰਿਪ ਤੋਂ ਜੋ ਕੁਝ ਇਹ ਕੰਟਰੋਵਰਸ਼ੀਅਲ ਚੀਜ਼ਾਂ ਨਿਕਲੀਆਂ, ਖਾਸ ਕਰਕੇ ਹਿਊਮਨ ਰਾਈਟਸ ਦੇ ਤੌਰ ਤੇ, ਇਹਨਾਂ ਨੂੰ ਲੈ ਕੇ ਕੀ ਪ੍ਰੈਜ਼ੀਡੈਂਟ ਬਾਈਡਨ ਦੀ ਜੋ ਓਵਰਆਲ ਪਬਲਿਕ ਇਮੇਜ ਹੈ ਜਾਂ ਅਪਰੂਵਲ ਰੇਟਿੰਗ ਹੈ, ਖਾਸ ਕਰਕੇ ਉਹਨਾਂ ਦੀ ਡੈਮੋਕ੍ਰੈਟਿਕ ਸਪੋਰਟਰਸ ਦੇ ਵਿੱਚ ਜਾਂ ਲਿਬਰਲ ਜੋ ਵੋਟਰਸ ਹਨ ਯੂਨਾਈਟਿਡ ਸਟੇਟਸ ਦੇ ਵਿੱਚ, ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਦੀ ਇਮੇਜ ਨੂੰ ਕੋਈ ਠੇਸ ਪਹੁੰਚੇਗੀ ਜਾਂ ਯੂ ਡੋਂਟ ਥਿੰਕ ਕਿ ਇਸ ਟ੍ਰਿਪ ਤੋਂ ਇੰਨਾ ਕੁਝ ਨੁਕਸਾਨ ਉਹਨਾਂ ਨੂੰ ਹੋਏਗਾ ਓਵਰਆਲ? ਅਸ਼ਵਿਤਾ ਜੀ, ਮੈਂ ਨਹੀਂ ਸਮਝਦਾ ਕਿ ਇਸ ਤੋਂ ਕੋਈ ਅਪਰੂਵਲ ਰੇਟਿੰਗ ਕੋਈ ਘੱਟ ਹੋ ਜਾਏ ਜਾਂ ਕੋਈ ਉਹਨਾਂ ਨੇ ਬੜਾ ਤੀਰ ਮਾਰ ਲਿਆ ਤੇ ਉਹਦੇ ਨਾਲ ਕੋਈ ਅਪਰੂਵਲ ਰੇਟਿੰਗ ਵੱਧ ਜਾਏਗੀ। ਨੋ, ਬੜੀ ਸਿੱਧੀ ਜਿਹੀ ਗੱਲ ਹੈ ਕਿ ਉਸੂਲ ਹੈ, ਉਹ ਇੱਕ ਦੇਸ਼ ਦਾ ਨੇਤਾ ਜਿਹੜਾ ਕਿ ਉਸੂਲ ਬੜਾ ਸੇਕ੍ਰੇਟ ਰਿਹਾ ਉਸ ਕੰਟਰੀ ਲਈ, ਉੱਥੋਂ ਦੇ ਵੇਲੇ ਕੋਈ ਦਾ ਤੇ ਉਸ ਦੇ ਬਾਰੇ ਕਿੰਤੂ ਹੋਣਾ ਸ਼ੁਰੂ ਹੋ ਜਾਂਦਾ। ਬਾਈਡਨ ਸਾਹਿਬ ਦੀ ਇਮੇਜ ਇਸ ਵੇਲੇ ਬਣ ਰਹੀ ਹੈ ਕਿ ਉਹ ਕਮਜ਼ੋਰ ਲੀਡਰ ਹੈ। ਜਗ੍ਹਾ ਜਗ੍ਹਾ ਤੇ ਵਰਲਡ ਫੋਰਮ ਦੇ ਵਿੱਚ ਅਸੀਂ ਦੇਖਿਆ ਕਿ ਉਹ ਆਪਣੀ ਜਗ੍ਹਾ ਤੇ ਟਿਕ ਨਹੀਂ ਸਕੇ। ਉਹ ਜਿਹੜਾ ਅਮਰੀਕਾ ਦਾ ਇੱਕ ਦਮ ਖਮ ਹੁੰਦਾ, ਉਹ ਦਮ ਖਮ ਬਾਈਡਨ ਸਾਹਿਬ ਦੇ ਦਿਖ ਰਿਹਾ, ਔਰ ਇਸੇ ਗੱਲ ਉਹਨਾਂ ਦੀ ਜਿਹੜੀ ਰੇਟਿੰਗ ਹੈਗੀ ਉਹ ਥੱਲੇ ਜਾ ਰਹੀ ਹੈ। ਬਿਲਕੁਲ। ਆਈ ਥਿੰਕ ਜੀ, ਆਈ ਥਿੰਕ ਪ੍ਰੋਫੈਸਰ ਸਾਹਿਬ ਤੁਸੀਂ ਇਹ ਜੋ ਲਫ਼ਜ਼ ਵਰਤਿਆ, ਇਟ ਇਜ਼ ਪ੍ਰੋਬੇਬਲੀ ਦ ਮੋਸਟ ਅਪਰੋਪਰੀਏਟ ਇਸ ਸਮੇਂ ਦੇ ਵਿੱਚ ਕਿ ਕਮਜ਼ੋਰ ਉਹਨਾਂ ਨੂੰ ਵੇਖਿਆ ਜਾ ਰਿਹਾ। ਪ੍ਰੈਜ਼ੀਡੈਂਟ ਬਾਈਡਨ ਲੀਡਰ ਆਫ ਅਮਰੀਕਾ, ਸੁਪਰ ਪਾਵਰ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਦੁਨੀਆ ਦਾ ਲੀਡਰ ਕਿਸੇ ਟਾਈਮ ਤੇ ਮੰਨਿਆ ਜਾਂਦਾ ਸੀ, ਇਸ ਵੇਲੇ ਉਹਨਾਂ ਦਾ ਲੀਡਰ ਇੱਕ ਕਮਜ਼ੋਰ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। I think President Biden, ਜਿਸ ਤਰ੍ਹਾਂ ਅਸੀਂ ਡਿਸਕਸ ਕਰ ਰਹੇ ਸੀ, has a lot of work to do and a long list of problems to tackle in a very short time. But Professor, ਅੱਜ ਸਾਨੂੰ ਸਮਾਂ ਇੱਥੇ ਤੱਕ ਹੀ ਇਜਾਜ਼ਤ ਦਿੰਦਾ। Thank you so much for your time and ਜੋ ਤੁਸੀਂ insight ਸਾਡੇ ਨਾਲ share ਕੀਤੀ, as always. Have a good rest of your evening. ਸਤਿ ਸ੍ਰੀ ਅਕਾਲ। It has been a pleasure. It has been a pleasure. Thank you for having me. ਥੈਂਕ ਯੂ ਸੋ ਮਚ। ਓਕੇ ਜੀ, ਹਮ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਥੋੜੀ ਜਿਹੀ ਹੋਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਇਸ ਟੌਪਿਕ ਨੂੰ ਲੈ ਕੇ ਤੁਹਾਡੇ ਨਾਲ ਇਸ ਕਰਕੇ ਅਸੀਂ ਹਾਜ਼ਰ ਹੋਏ ਹਾਂ ਬਿਕੋਜ਼ ਇਟਸ ਵੈਰੀ ਇੰਪੋਰਟੈਂਟ ਕਿ ਭਾਵੇਂ ਡੈਮੋਕ੍ਰੈਟ ਹੋਏ ਜਾਂ ਰਿਪਬਲਿਕਨ, ਇਸ ਮੁਲਕ ਦਾ ਜੋ ਵੀ ਲੀਡਰ ਕਿਸੇ ਵੀ ਟਾਈਮ ਤੇ ਆਉਂਦਾ ਹੈ, ਉਹਨਾਂ ਨੂੰ ਅਕਾਊਂਟੇਬਲ ਸਿਰਫ ਤਾਂ ਸਿਰਫ ਪਬਲਿਕ ਰੱਖ ਸਕਦੀ ਹੈ। ਐਂਡ ਪਬਲਿਕ ਨੂੰ ਹਥਿਆਰ ਕੌਣ ਦਿੰਦਾ ਹੈ ਉਸ ਅਕਾਊਂਟੇਬਿਲਿਟੀ ਲਈ? ਉਹ ਸਾਡਾ ਕੰਮ, ਸਾਡੀ ਜ਼ਿੰਮੇਵਾਰੀ ਹੁੰਦੀ ਹੈ, ਪੱਤਰਕਾਰਾਂ ਦੀ, ਮੀਡੀਆ ਦੀ, ਜਰਨਲਿਸਟ ਦੀ। ਮੈਂ ਉਸ ਮੀਡੀਆ ਦੀ ਗੱਲ ਨਹੀਂ ਕਰ ਰਹੀ ਜੋ ਕਿ ਫੇਸਬੁੱਕ ਜਾਂ ਤੁਹਾਨੂੰ ਵਟਸਐਪ ਤੇ ਲੋਕਾਂ ਦੇ ਵਿਚਾਰ, ਓਪੀਨੀਅਨਸ ਸੁਣਨ ਨੂੰ ਮਿਲਦੇ। ਮੈਂ ਉਸ ਮੀਡੀਆ ਦੀ ਗੱਲ ਕਰ ਰਹੀ ਹਾਂ ਜੋ ਵੱਡੀ ਟੀਮਸ ਦੇ ਨਾਲ ਜਾਂ ਛੋਟੀ ਟੀਮਸ ਦੇ ਨਾਲ, ਰਿਸੋਰਸਿਸ ਦੇ ਨਾਲ, ਮਿਹਨਤ ਦੇ ਨਾਲ, ਟਾਈਮ ਲਾ ਕੇ ਰਿਸਰਚ ਤੇ ਇਨਵੈਸਟੀਗੇਸ਼ਨ ਕਰਕੇ ਸੱਚਾਈ ਕੱਢਦੇ ਹੈ। ਆਪ ਦੀ ਜਾਨ ਨੂੰ ਖਤਰੇ 'ਚ ਪਾ ਕੇ ਸੱਚਾਈ ਕੱਢਦੇ ਹੈ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਆਖਿਰਕਾਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋਇਆ ਕੀ। ਫੈਕਟਸ ਤੁਹਾਡੇ ਅੱਗੇ ਆਉਣ। ਜਦੋਂ ਉਹ ਫੈਕਟਸ ਅੱਗੇ ਆ ਜਾਂਦੇ, ਉਹਨਾਂ ਦੇ ਬਲਬੂਤੇ ਤੇ ਪੂਰੀ ਪਬਲਿਕ, ਪੂਰੀ ਸੁਸਾਇਟੀ ਅਕਾਊਂਟੇਬਲ ਰੱਖ ਸਕਦੀ ਹੈ ਲੀਡਰਸ ਨੂੰ। ਬਟ ਅਗਰ ਲੀਡਰਸ ਹੀ ਕਹਿਣ ਕਿ ਸਾਨੂੰ ਇਨ ਫੈਕਟਸ ਦਾ ਕੋਈ ਸਾਡੇ ਉੱਤੇ ਅਸਰ ਨਹੀਂ ਹੁੰਦਾ, ਭਾਵੇਂ ਉਹ ਫੈਕਟਸ ਸਾਨੂੰ ਇੱਕ ਬਹੁਤ ਹੀ ਮਾੜੀ ਪਿਕਚਰ ਦੱਸਦੇ ਜਾਂ ਬਹੁਤ ਹੀ ਚੰਗੀ ਪਿਕਚਰ ਦੱਸਦੇ ਹੈ, ਅਸੀਂ ਜੋ ਕਰਨਾ ਅਸੀਂ ਉਹੀ ਕਰਨਾ ਹੈ। ਇਸ ਚੀਜ਼ ਦੇ ਖਿਲਾਫ ਇੱਕ ਸਟੈਂਡ ਲੈਣਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਸੁਸਾਇਟੀ ਦੇ ਵਿੱਚ। ਬਾਕੀ ਮੁਲਕਾਂ ਦੀ, ਬਾਕੀ ਕਮਿਊਨਿਟੀਜ਼ ਦੀ ਅਸੀਂ ਗੱਲ ਨਹੀਂ ਕਰਾਂਗੇ, ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ। ਅਮਰੀਕਾ
ਜੋ ਕਿ ਇੱਕ ਰੋਲ ਮਾਡਲ, ਇੱਕ ਮਿਸਾਲ ਰੱਖਦਾ ਹੈ ਬਾਕੀ ਦੁਨੀਆ ਲਈ। ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ, ਇਹ ਡੈਮੋਕ੍ਰੇਸੀ ਉਸ ਫ੍ਰੀ ਪ੍ਰੈਸ, ਉਸ ਫ੍ਰੀ ਸਪੀਚ ਦੇ ਬਣੀ ਹੋਈ ਹੈ ਜੋ ਅੱਜ ਖਤਰੇ 'ਚ ਪਾਈ ਜਾ ਰਹੀ ਹੈ, ਜਿਹਦੀ ਅੱਜ ਕੋਈ ਕਦਰ ਨਹੀਂ ਕਰ ਰਿਹਾ ਅਮਰੀਕਾ ਦੇ ਵਿੱਚ। ਸੋ ਵਨਸ ਅਗੇਨ, ਭਾਵੇਂ ਉਹ ਰਿਪਬਲਿਕਨਸ ਹੋਣ ਜਾਂ ਡੈਮੋਕ੍ਰੈਟਸ ਹੋਣ, ਜਦੋਂ ਇਸ ਮੁਲਕ ਦਾ ਪ੍ਰੈਜ਼ੀਡੈਂਟ ਜਾ ਕੇ ਇਨ ਚੀਜ਼ਾਂ ਨੂੰ ਇੱਕ ਪਾਸੇ ਰੱਖਦਾ ਹੈ, ਸਾਨੂੰ ਸਾਰਿਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਮੈਸੇਜ ਦੁਨੀਆ ਦੇ ਵਿੱਚ ਇਹੋ ਜਿਹਾ ਬਿਹੇਵੀਅਰ ਸੈਂਡ ਕਰਦਾ ਹੈ ਕਿ ਅਸੀਂ ਉਸ ਮੈਸੇਜ ਦੇ ਨਾਲ ਸਹਿਮਤੀ ਰੱਖਦੇ ਹਾਂ। ਜਦੋਂ ਅਸੀਂ ਵੀ ਇਮੀਗ੍ਰੇਟ ਹੋ ਕੇ ਇਸ ਮੁਲਕ ਦੇ ਵਿੱਚ ਆਏ ਸੀ, ਕਿਸੇ ਕਾਰਨ ਕਰਕੇ ਆਏ ਸੀ ਕਿ ਸ਼ਾਇਦ ਸਾਡੇ ਕੋਲ ਓਪਰਚੁਨਿਟੀ ਨਹੀਂ ਸੀਗੀ ਜਾਂ ਆਪ ਦੀ ਗੱਲ ਕਹਿਣ ਦੀ ਆਜ਼ਾਦੀ ਨਹੀਂ ਸੀਗੀ। ਇੱਥੇ ਆ ਕੇ ਸਾਨੂੰ ਉਹ ਓਪਰਚੁਨਿਟੀ, ਉਹ ਆਜ਼ਾਦੀ, ਉਹ ਸੇਫਟੀ ਮਿਲੀ। ਬਟ ਉਹ ਸੇਫਟੀ ਤੇ ਉਹ ਆਜ਼ਾਦੀ ਤਦ ਤੱਕ ਹੀ ਸਾਡੀ ਹੈਗੀ ਜਦੋਂ ਤੱਕ ਅਸੀਂ ਇਨ ਚੀਜ਼ਾਂ ਨੂੰ ਪ੍ਰੋਟੈਕਟ ਕਰਦੇ ਹਾਂ, ਇਹਨਾਂ ਦੀ ਰਖਵਾਲੀ ਕਰਦੇ ਹਾਂ। ਫਰੀडम ਆਫ ਪ੍ਰੈਸ, ਪੱਤਰਕਾਰਾਂ ਨੂੰ, ਇਨਵੈਸਟੀਗੇਸ਼ਨਸ ਨੂੰ, ਇਹੋ ਜਿਹੇ ਫੈਕਟਸ ਨੂੰ ਆਨਰ ਕਰਦੇ ਹਾਂ, ਇਹਨਾਂ ਦੇ ਬਲਬੂਤੇ ਤੇ ਆਪ ਦੇ ਫੈਸਲੇ ਬਣਾਉਂਦੇ ਹਾਂ। ਤੇ ਅੱਜ ਤਾਂ ਸਾਡੀ ਅਪੀਲ ਵੀ ਇਸ ਹੀ ਮੁੱਦੇ ਉੱਤੇ ਹੋਣੀ ਹੈ ਕਿ ਪ੍ਰੈਜ਼ੀਡੈਂਟ ਬਾਈਡਨ, ਇਟਸ ਇੰਪੋਰਟੈਂਟ ਕਿ ਤੁਸੀਂ ਤੇਲ ਨੂੰ ਲੈ ਕੇ ਜਾਂ ਈਰਾਨ ਨੂੰ ਲੈ ਕੇ ਮੀਟਿੰਗਸ ਕਰਨ ਗਏ ਮਿਡਲ ਈਸਟ ਦੇ ਵਿੱਚ, ਬਟ ਉਹਨਾਂ ਦੇ ਵਿੱਚ ਵੀ ਕੁਝ ਨਹੀਂ ਨਿਕਲਿਆ। ਅੱਜ ਅਗਰ ਦੁਨੀਆ ਤੁਹਾਨੂੰ ਕਮਜ਼ੋਰ ਮੰਨ ਰਹੀ ਹੈ, ਇਟਸ ਬਿਕਾਜ਼ ਜੋ ਸਾਡੇ ਪ੍ਰਿੰਸੀਪਲਸ ਹੈਗੇ ਇੱਕ ਮੁਲਕ ਹੋਣ ਦੇ ਨਾਤੇ, ਅਮਰੀਕਾ ਹੋਣ ਦੇ ਨਾਤੇ, ਉਹਨਾਂ ਨੂੰ ਤੁਸੀਂ ਆਨਰ ਨਹੀਂ ਕੀਤਾ, ਉਹਨਾਂ ਨੂੰ ਤੁਸੀਂ ਅਪਹੋਲਡ ਨਹੀਂ ਕੀਤਾ। ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਹਾਂ। ਸਾਡੇ ਲਈ ਜਾਂ ਸਾਡੇ ਗੈਸਟ ਲਈ ਅੱਜ ਦੇ ਟੌਪਿਕ ਨੂੰ ਲੈ ਕੇ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।